ਦੇ ਇਤਿਹਾਸ ਬਾਰੇ ਤਾਂ ਪਤਾ ਨਹੀਂ। ਐਡਾ ਗਲਾ ਫਾੜ ਫਾੜ ਕੇ ਅਗਰਾਂ ਸਾਹਿਬ ਇੱਕ ਬੁੱਕ ਜੇ ਕਿਤਾਬ ਨਹੀਂ ਤੁਹਾਡੇ ਕੋਲ ਲੈਣ ਦੀ ਜਾਂ ਨਹੀਂ ਪੰਜਾਬ ਦਾ ਇਤਿਹਾਸ ਪੜ੍ਹਨ ਦੀ, ਤੁਹਾਨੂੰ ਅਸੀਂ ਪੜ੍ਹ ਕੇ ਸੁਣਾ ਦਿੰਦੇ ਹਾਂ ਤੁਹਾਨੂੰ ਉੱਥੇ ਕਿ ਪੜ੍ਹ ਕੇ ਦੇਖ ਲਿਓ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਹੋ ਜਿਹਾ ਸੀਗਾ, ਜਿਹਦੇ ਵਿੱਚ ਕੋਈ ਮੰਦਰ ਨਹੀਂ ਢਿਆ, ਕੋਈ ਹਿੰਦੂ ਵੀਰ ਨਹੀਂ ਮਰਿਆ, ਕੋਈ ਮੁਸਲਮਾਨ ਵੀਰ ਨੂੰ ਨਹੀਂ ਮਾਰਿਆ ਗਿਆ, ਨਾ ਕਿਸੇ ਸਿੱਖ ਨੂੰ ਮਾਰਿਆ ਗਿਆ, ਨਾ ਈਸਾਈ ਨੂੰ ਮਾਰਿਆ ਗਿਆ। ਉਹ ਰਾਜ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ। ਨੈਸ਼ਨਲ ਇੰਟਰਨੈਸ਼ਨਲ ਬਾਲੀਵੁੱਡ ਤੇ ਪੰਜਾਬ ਨਾਲ ਜੁੜੀ ਹਰ ਖਬਰ ਪੰਜਾਬੀ ਵਿੱਚ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਵਰਿੰਦਰ ਸਿੰਘ ਸੇਖੋਂ। ਅੱਜ ਮੈਂ ਲਾਈਵ ਹੋ ਕੇ ਜਿਹੜਾ ਜੋਗਿੰਦਰ ਉਗਰਾਹਾਂ ਹੈ ਉਹਨੇ ਸਟੇਜ ਤੋਂ ਸਾਡੇ ਨੌਜਵਾਨਾਂ ਨੂੰ, ਦੀਪ ਸਿੱਧੂ ਜਾਂ ਲੱਖਾ ਸਿਧਾਣਾ ਜਾਂ ਹੋਰ ਪੰਜਾਬ ਦੇ ਨੌਜਵਾਨਾਂ ਨੂੰ ਜਿਹੜੀਆਂ ਬੇਤੁਕੀਆਂ ਗੱਲਾਂ ਕੀਤੀਆਂ ਨੇ, ਮੈਂ ਉਹਨਾਂ ਦੇ ਜਵਾਬ ਦੇਣਾ ਚਾਹੁੰਦਾ। ਮੈਂ ਜੋਗਿੰਦਰ ਜਿਹੜਾ ਉਗਰਾਹਾਂ ਹੈ, ਮੈਂ ਉਹਨੂੰ ਪੁੱਛਣਾ ਚਾਹੁੰਦਾ ਕਿਉਂ ਤੁਸੀਂ ਬਾਰ-ਬਾਰ ਸਟੇਜਾਂ ਤੇ ਲਾਈਵ ਸਟੇਜਾਂ ਤੇ ਆਪਣੇ ਭਾਸ਼ਣਾਂ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਕਿਉਂ ਭੰਡ ਰਹੇ ਹੋ? ਕਿਉਂ ਕੀ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਮਰਵਾਉਣਾ ਚਾਹੁੰਦੇ ਹੋ? ਜੋਗਿੰਦਰ ਉਗਰਾਹਾਂ ਨੂੰ ਮੈਂ ਪੁੱਛਣਾ ਚਾਹੁੰਦਾ, ਕੀ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਮਰਵਾਉਣਾ ਚਾਹੁੰਦੇ ਹੋ? ਕਿਉਂ ਤੁਸੀਂ ਪੰਜਾਬ ਦੇ ਨੌਜਵਾਨਾਂ ਦੇ ਪਿੱਛੇ ਹੱਥ ਧੋ ਕੇ ਪੈ ਗਏ ਹੋ? ਅੱਜ ਮੈਂ ਸਟੇਜ ਤੇ ਗਲਾ ਫਾੜ ਫਾੜ ਕੇ ਜਿਹੜਾ ਉਗਰਾਹਾਂ ਦਾ ਭਾਸ਼ਣ ਮੈਂ ਉਹ ਸੁਣ ਰਿਹਾ ਸੀ, ਉਹਦੇ ਵਿੱਚ ਇੱਕ ਵੀ ਗੱਲ ਉਗਰਾਹਾਂ ਸਾਹਿਬ ਤੁਸੀਂ ਚੱਜ ਦੀ ਨਹੀਂ ਕੀਤੀ। ਇੱਕ ਵੀ ਗੱਲ ਜੋਗਿੰਦਰ ਸਿੰਘ ਉਗਰਾਹਾਂ ਜਿਹੜਾ ਉਹਨੇ ਇੱਕ ਵੀ ਗੱਲ ਪੰਜਾਬ ਦੇ ਭਲੇ ਦੇ ਲਈ ਜਾਂ ਖੇਤੀ ਬਿੱਲਾਂ ਦੇ ਲਈ ਜਾਂ ਸਾਡੇ ਮੋਦੀ ਸਰਕਾਰ ਦੇ ਵਿਰੁੱਧ ਸਿਰਫ ਪੰਜਾਬ ਦੇ ਮੁੰਡਿਆਂ ਨੂੰ ਟਾਰਗੇਟ ਕਰ ਰਹੇ ਹੋ ਯਾਰ ਤੁਸੀਂ ਬੈਠ ਕੇ ਉੱਥੇ। ਅਸੀਂ ਬਾਰ-ਬਾਰ ਇੱਥੋਂ ਅਪੀਲਾਂ ਕਰਦੇ ਹਾਂ ਕਿ ਤੁਸੀਂ ਆਪਣਿਆਂ ਤੇ ਚਿੱਕੜ ਨਾ ਸਿੱਟੋ, ਆਪਣਿਆਂ ਤੇ ਚਿੱਕੜ ਨਾ ਸਿੱਟੋ। ਤੁਹਾਡਾ ਕੰਮ ਹੀ ਹੋ ਗਿਆ ਤੁਸੀਂ ਸਾਰੀ ਜਿਹੜੀ ਬੁੱਢੀ ਲੀਡਰਸ਼ਿਪ ਬੈਠੀ ਆ ਉੱਥੇ, ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਭੰਡਣ ਲੱਗੇ ਹੋਏ ਹੋ। ਕੀ ਗਲਤ ਕਰ ਦਿੱਤਾ ਦੱਸੋ? ਅਸੀਂ ਪੰਜਾਬ ਦੇ ਨੌਜਵਾਨਾਂ ਨੇ ਤੁਹਾਡੇ ਕੋਲੋਂ ਪੰਜਾਬ ਦੀ ਹੱਦ ਨਹੀਂ ਤੀ ਟੱਪੀ ਜਾਣੀ। ਬਹੁਤ ਵਾਰੀ ਮੈਂ ਲਾਈਵ ਹੋ ਕੇ ਕਹਿ ਚੁੱਕਿਆ, ਪੰਜਾਬ ਦੀ ਹੱਦ ਉਗਰਾਹਾਂ ਜੀ ਤੁਹਾਡੇ ਕੋਲੋਂ ਬੈਰੀਅਰ ਨਹੀਂ ਤੀ ਟੱਪਿਆ ਜਾ ਰਿਹਾ। ਜਾਂ ਉੱਥੇ ਬਹਿ ਗਏ ਸੀ ਚੌਂਕੜੇ ਮਾਰ ਕੇ ਵੀ ਅਸੀਂ ਤਾਂ ਇੱਥੇ ਧਰਨਾ ਲਾਵਾਂਗੇ। ਅੱਜ ਤੁਸੀਂ ਦਿੱਲੀ ਦੀਆਂ ਹੱਦਾਂ ਤੇ ਬੈਠੇ ਹੋ ਨਾ, ਇਹ ਤੁਸੀਂ ਅੱਜ ਤੋਂ ਬੈਰੀਗੇਡ ਨਹੀਂ ਤੀ ਟੱਪ ਹੁੰਦਾ, ਉੱਥੇ ਬੈਠ ਗਏ ਸੀ ਧਰਨੇ ਤੇ। ਤੁਹਾਡੀ ਦੀ ਇਹ ਔਕਾਤ ਆ ਤੁਹਾਡੀ? ਤੁਸੀਂ ਯਾਰ ਜਾਣ ਜਾਣ ਕੇ ਸਾਨੂੰ ਬੁਲਾਉਂਦੇ ਹੋ। ਅਸੀਂ ਰੋਜ਼ ਗੱਲਾਂ ਕਰਦੇ ਹਾਂ, ਨੌਜਵਾਨਾਂ ਨੂੰ ਕਹਿੰਦੇ ਹਾਂ ਵੀ ਦਿੱਲੀ ਜਿਹੜਾ ਮੋਰਚਾ ਲੱਗਿਆ ਉਹ 'ਚ ਵੱਧ ਤੋਂ ਵੱਧ ਸ਼ਮੂਲੀਅਤ ਕਰੋ। ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਗੱਲ ਨਾ ਲਾਓ। ਤੁਸੀਂ ਅੱਜ ਹੋਰੇ ਗੱਲਾਂ ਕਰ ਰਹੇ ਹੋ। ਤੁਸੀਂ ਇੱਕ ਵੀ ਜਿਹੜਾ ਆਪਣਾ ਭਾਸ਼ਣ ਖੁਦ ਸੁਣੋ ਉਗਰਾਹਾਂ ਸਾਹਿਬ, ਜਿਹੜਾ ਤੁਸੀਂ ਅੱਜ ਸਟੇਜ ਤੋਂ ਬੋਲਿਆ, ਤੁਸੀਂ ਉਹਦੇ ਵਿੱਚ ਕਿਹੜੀ ਗੱਲ ਚੱਜ ਦੀ ਕੀਤੀ ਆ? ਤੁਹਾਡੀ ਲੜਾਈ ਪਹਿਲਾਂ ਤਾਂ ਮੈਨੂੰ ਇਹ ਦੱਸ ਦੇਣ ਸਾਰੀ, ਜਿਹੜੇ ਮੈਂ ਪੁੱਛਦਾ ਜਿਹੜੇ ਲੀਡਰ ਬੋਲਦੇ ਨੇ ਭਾਸ਼ਣ ਦੇ ਵਿੱਚ, ਤੁਹਾਡੀ ਲੜਾਈ ਮੋਦੀ ਨਾਲ ਆ ਜਾਂ ਸਾਡੇ ਨਾਲ ਆ? ਤੁਹਾਡੀ ਲੜਾਈ ਦੀਪ ਸਿੱਧੂ ਨਾਲ ਆ, ਲੱਖੇ ਸਿਧਾਣੇ ਨਾਲ ਆ, ਜਾਂ ਪੰਜਾਬ ਦੇ ਨੌਜਵਾਨਾਂ ਨਾਲ ਆ, ਜਾਂ ਜਿਨ੍ਹਾਂ ਨੇ ਮਹਿਰਾਜ ਰੈਲੀ ਕੀਤੀ ਆ ਉਹਨਾਂ ਦੇ ਨਾਲ ਆ? ਇਹ ਪਹਿਲਾਂ ਤਾਂ ਗੱਲ ਕਲੀਅਰ ਕਰ ਲਓ। ਜੇ ਤਾਂ ਸਾਡੇ ਨਾਲ ਲੜਾਈ ਹੈ ਤਾਂ ਸਾਡੇ ਗੋਲੀਆਂ ਮਾਰ ਦਿਓ, ਤੁਹਾਨੂੰ ਨਹੀਂ ਚੰਗੇ ਲੱਗਦੇ ਹੈਗੇ ਅਸੀਂ। ਤੁਸੀਂ ਕੰਮੇ ਫੜ ਲਿਆ। ਤੁਸੀਂ ਉੱਥੋਂ ਜਦ ਵੀ ਜਿਹੜਾ ਵੀ ਉੱਠਦਾ ਉੱਥੇ ਸਟੇਜ ਤੇ ਅਸੀਂ ਨਹੀਂ ਬੋਲਦੇ, ਜਾ ਕੇ ਉੱਥੇ ਭਾਸ਼ਣ ਬੋਲਣ ਨੌਜਵਾਨਾਂ ਨੂੰ ਨਹੀਂ ਦਿੱਤਾ ਜਾਂਦਾ। ਨੌਜਵਾਨ ਦਿਵਸ ਮਨਾਇਆ ਉਸ ਦਿਨ ਵੀ ਤਾਂ ਅਸੀਂ ਆਪਣੀ ਮਰਜ਼ੀ ਨਾਲ ਜਿਹੜੇ ਬੰਦੇ ਨੇ ਉਹਨਾਂ ਨੂੰ ਸਟੇਜ ਤੇ ਚੜਾ ਕੇ ਬੋਲਿਆ। ਦੱਸੋ ਤਾਂ ਸਹੀ ਹੁਣ ਹੋਰ ਅਸੀਂ ਕਰੀਏ ਕੀ? ਦੱਸੋ ਕੀ ਚਾਹੁੰਦੇ ਹੋ ਤੁਸੀਂ? ਕਿ ਸਾਰਾ ਯੂਥ ਆ ਜਿਹੜਾ ਘਰਾਂ ਦੇ ਵਿੱਚ ਬਹਿ ਜਾਵੇ ਤੇ ਸਰਕਾਰ ਤੁਹਾਨੂੰ ਉੱਥੋਂ ਭਜਾ ਦੇਵੇ? ਇਹੀ ਚਾਹੁੰਦੇ ਹੋ ਤੁਸੀਂ? ਫਿਰ ਜਾਣ ਬੁੱਝ ਕੇ ਤੁਸੀਂ ਇਹੋ ਜਿਹੀਆਂ ਹਰਕਤਾਂ ਕਰ ਰਹੀਆਂ ਨੇ। ਮੋਦੀ ਦੀ ਹਿੱਕ 'ਚ ਵੱਜੋ ਜੇ ਤੁਹਾਡੇ 'ਚ ਦਮ ਆ, ਜਾ ਕੇ ਉੱਥੇ ਪਾਰਲੀਮੈਂਟ ਦੇ ਵਿੱਚ ਜਾਓ ਜੇ ਤੁਹਾਡੇ 'ਚ ਦਮ ਆ। ਤੁਸੀਂ ਯਾਰ ਪੰਜਾਬ ਦੇ ਫਿਰ ਤੁਸੀਂ ਅੱਗੇ ਗੱਲ ਕਰ ਰਹੇ ਹੋ ਉਹਦੇ ਵਿੱਚ ਨਾ ਕੋਈ ਗੱਲ, ਨਾ ਕੋਈ ਸਾਡੀ ਜਿਹੜੀ ਲੜਾਈ ਆ ਸਾਰੇ ਪੰਜਾਬ ਦਾ ਨੌਜਵਾਨ, ਹਰਿਆਣੇ ਦਾ ਨੌਜਵਾਨ, ਯੂਪੀ ਦਾ ਨੌਜਵਾਨ, ਜਾਂ ਜਿਹੜੀਆਂ ਹੋਰ ਸਟੇਟਾਂ ਦੇ ਸਾਰੇ ਨੌਜਵਾਨ ਜਿਹੜੇ ਤੇ ਕਾਲੇ ਕਾਨੂੰਨ ਸਾਡੇ ਤੇ ਥੋਪੇ ਗਏ ਨੇ, ਉਹਨਾਂ ਨੂੰ ਰੱਦ ਕਰਵਾਉਣ ਲਈ ਅੱਜ ਦਿੱਲੀ ਦੀ ਸਰਹੱਦ ਤੇ ਬੈਠਾ। ਉੱਥੇ ਕੋਈ ਖਾਲਿਸਤਾਨ ਦੀ ਗੱਲ ਨਹੀਂ ਹੋ ਰਹੀ, ਉੱਥੇ ਕੋਈ ਹੋਰ ਗੱਲ ਨਹੀਂ ਹੋ ਰਹੀ। ਅੱਜ ਤੁਸੀਂ ਖਾਲਿਸਤਾਨ ਦੀ ਗੱਲ ਲਿਆ ਕੇ ਆਪਣੇ ਭਾਸ਼ਣ ਦੇ ਵਿੱਚ ਕੀ ਸਾਬਤ ਕਰਨਾ ਚਾਹੁੰਦੇ ਹੋ? ਫਿਰ ਤੁਸੀਂ ਗੱਲ ਕਰਦੇ ਹੋ ਜੇ ਤੁਹਾਡੇ ਕੋਲ ਤੁਹਾਡਾ ਇਤਿਹਾਸ ਪੜ੍ਹਿਆ ਹੁੰਦਾ ਨਾ, ਪੰਜਾਬ ਦਾ ਇਤਿਹਾਸ, ਫਿਰ ਤੁਸੀਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੜ੍ਹ ਲੈਂਦੇ। ਜਦ ਹੁਣ ਤੁਸੀਂ ਪੜ੍ਹਨਾ ਤਾਂ ਕਾਮਰੇਡ ਆ ਸਾਰਾ ਇਤਿਹਾਸ, ਪੜ੍ਹਨਾ ਤੁਸੀਂ ਚਾਈਨਾ ਹੈ ਤੇ ਰਸ਼ੀਆ ਦਾ ਇਤਿਹਾਸ ਪੜ੍ਹਨਾ, ਤੁਹਾਨੂੰ ਆਪਣੀ ਧਰਤੀ ਦੇ ਇਤਿਹਾਸ ਬਾਰੇ ਤਾਂ ਪਤਾ ਨਹੀਂ। ਐਡਾ ਗਲਾ ਫਾੜ ਫਾੜ ਕੇ ਅਗਰਾਂ ਸਾਹਿਬ ਇੱਕ ਬੁੱਕ ਜੇ ਕਿਤਾਬ ਨਹੀਂ ਤੁਹਾਡੇ ਕੋਲ ਲੈਣ ਦੀ ਜਾਂ ਨਹੀਂ ਪੰਜਾਬ ਦਾ ਇਤਿਹਾਸ ਪੜ੍ਹਨ ਦੀ, ਤੁਹਾਨੂੰ ਅਸੀਂ ਪੜ੍ਹ ਕੇ ਸੁਣਾ ਦਿੰਦੇ ਹਾਂ ਤੁਹਾਨੂੰ ਉੱਥੇ ਕਿ ਪੜ੍ਹ ਕੇ ਦੇਖ ਲਿਓ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਹੋ ਜਿਹਾ ਸੀਗਾ, ਜਿਹਦੇ ਵਿੱਚ ਕੋਈ ਮੰਦਰ ਨਹੀਂ ਢਿਆ, ਕੋਈ ਹਿੰਦੂ ਵੀਰ ਨਹੀਂ ਮਰਿਆ, ਕੋਈ ਮੁਸਲਮਾਨ ਵੀਰ ਨੂੰ ਨਹੀਂ ਮਾਰਿਆ ਗਿਆ, ਨਾ ਕਿਸੇ ਸਿੱਖ ਨੂੰ ਮਾਰਿਆ ਗਿਆ, ਨਾ ਈਸਾਈ ਨੂੰ ਮਾਰਿਆ ਗਿਆ। ਉਹ ਰਾਜ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ। ਪੜ੍ਹ ਲਿਓ, ਕਦੇ ਜ਼ਰੂਰ ਪੜ੍ਹਿਓ ਉਸ ਰਾਜ ਨੂੰ, ਰਾਜ ਦੀਆਂ ਗੱਲਾਂ। ਕੱਲਾ ਕੱਲਾ ਚਾਈਨਾ ਤੇ ਰਸ਼ੀਆ ਨੇ ਤੁਹਾਨੂੰ ਕੁਝ ਨਹੀਂ ਦੇਣਾ, ਪਰ ਇਤਿਹਾਸ ਨੇ ਪੜ੍ਹ ਪੜ੍ਹ ਕੇ ਉੱਥੇ
ਮੈਂ ਤੁਹਾਨੂੰ ਬਹੁਤ ਵਾਰੀ ਕਹਿ ਚੁੱਕਿਆ, ਜਿਹੜੇ ਤੁਹਾਡੇ ਧਰਨੇ ਦੇ ਵਿੱਚ ਤੁਸੀਂ ਸਟੇਜ ਮੱਲੀ ਬੈਠੇ ਹੋ, ਜਿਹੜਾ ਤੁਹਾਡੇ ਅੱਗੇ ਬੈਠੇ ਹੁੰਦੇ ਨੇ ਨਾ ਲੋਕ, ਉਹ ਕੱਚੀਆਂ ਗੜੀਆਂ ਦੇ ਵਾਰਸ ਨੇ, ਕੱਚੀਆਂ ਗੜੀਆਂ ਦੇ ਵਾਰਸ। ਉਹ ਰਸ਼ੀਆ ਤੋਂ ਜਾਂ ਚੀਨ ਤੋਂ ਨਹੀਂ ਆਏ ਹੋਏ, ਉਹ ਕੱਚੀਆਂ ਗੜੀਆਂ ਦੇ ਵਾਰਸ ਨੇ, ਜਿਨ੍ਹਾਂ ਨੇ ਕੱਚੀਆਂ ਗੜੀਆਂ ਦੇ ਵਿੱਚ, ਜਿਨ੍ਹਾਂ ਦੇ ਖੂਨ ਨੇ, ਜਿਨ੍ਹਾਂ ਦੀਆਂ ਨਸਲਾਂ ਨੇ ਕੱਚੀਆਂ ਗੜੀਆਂ ਦੇ ਵਿੱਚ ਬੈਠ ਕੇ ਆਪਣੇ ਹੱਕਾਂ ਦੀ ਲੜਾਈ ਲੜੀ ਆ। ਉਹ ਨਸਲਾਂ ਨੇ, ਉਹ ਜਿਨ੍ਹਾਂ ਨੇ ਠੰਡੇ ਬੁਰਜ ਦੇ ਵਿੱਚ ਬੈਠੀਆਂ ਨੇ, ਜਿਨ੍ਹਾਂ ਦੀਆਂ ਨਸਲਾਂ ਤੇ ਖੂਨ, ਉਹ ਲੜਾਈ, ਉਹ ਨੇ ਜਿਹੜੇ ਇੱਥੇ ਪੰਜਾਬ ਦੇ ਵਿੱਚ ਜਿਹੜਾ ਗਜਨੀ ਤੇ ਅਬਦਾਲੀ ਵਰਗੇ ਦੀ ਧੌਣ ਤੇ ਗੋਡਾ ਰੱਖ ਲੈਂਦੇ ਸੀ, ਉਹ ਨਸਲਾਂ ਬੈਠੀਆਂ ਨੇ ਉੱਥੇ, ਉਹ ਖੂਨ ਬੈਠਾ ਉੱਥੇ। ਸੋ ਅਸੀਂ ਬਿਲਕੁਲ, ਜੇ ਤੁਹਾਨੂੰ ਸਾਡੇ ਖੂਨ ਦੀ ਲੋੜ ਆ, ਮੈਂ ਇੱਕ ਚਿੱਠੀ ਆ ਜਿਹੜੀ ਸੰਯੁਕਤ ਕਿਸਾਨ ਮੋਰਚੇ ਨੂੰ ਆਪਣੇ ਖੂਨ ਨਾਲ ਲਿਖ ਕੇ ਭੇਜੂੰਗਾ ਕਿ ਪੰਜਾਬ ਦਾ ਨੌਜਵਾਨ ਤੁਹਾਡੀ ਸਪੋਰਟ ਕਰਦਾ। ਸੰਯੁਕਤ ਮੋਰਚੇ ਦੀ ਅਸੀਂ ਸਾਰੀ ਲੀਡਰਸ਼ਿਪ ਦਾ ਸਤਿਕਾਰ ਕਰਦੇ ਹਾਂ, ਪਰ ਸਾਡੇ ਤੇ ਜਿਹੜੀ ਦੂਸ਼ਣਬਾਜ਼ੀ ਆ ਤੁਸੀਂ ਸਟੇਜਾਂ ਤੋਂ ਕਰਦੇ ਹੋ, ਇਹ ਬੰਦ ਕਰ ਦਿਓ ਜੇ ਤੁਸੀਂ ਮੋਰਚਾ ਜਿੱਤਣਾ। ਖੂਨ ਨਾਲ ਲਿਖ ਕੇ ਤੁਹਾਨੂੰ ਇੱਕ ਚਿੱਠੀ ਭੇਜ ਦਿੰਦੇ ਆ, ਜੇ ਤੁਹਾਨੂੰ ਇੰਨਾ ਹੀ ਤੁਹਾਨੂੰ ਪੰਜਾਬ ਦੇ ਨੌਜਵਾਨਾਂ ਦਾ, ਤੁਹਾਨੂੰ ਖੂਨ ਨਾਲ ਲਿਖ ਕੇ ਚਿੱਠੀ ਜ਼ਰੂਰ ਭੇਜਾਂਗੇ। ਬੜਾ ਸਾਨੂੰ ਦੁੱਖ ਹੁੰਦਾ ਜਦੋਂ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਟਾਰਗੇਟ ਕਰਦੇ ਹੋ। ਦੱਸੋ ਤਾਂ ਸਹੀ, ਤੁਸੀਂ ਇੱਕ ਵੀ ਬੈਰੀਗੇਡ ਤੋੜਿਆ ਹੋਵੇ ਕਿਸੇ ਨੇ? ਤੁਸੀਂ ਸਾਡੇ ਬਜ਼ੁਰਗ ਹੋ, ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ, ਤੁਹਾਨੂੰ ਅੱਗੇ ਲਾਇਆ ਹੋਇਆ ਲੀਡਰਸ਼ਿਪ ਨੇ, ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ, ਪਰ ਤੁਸੀਂ ਸਾਨੂੰ ਕੀ ਕਰ ਰਹੇ ਹੋ? ਜਲੀਲ ਕਰ ਰਹੇ ਹੋ। ਕੀ ਮਹਾਰਾਜ ਰੈਲੀ ਦੇ ਵਿੱਚ ਕੀ ਗਲਤ ਹੋ ਗਿਆ ਮੈਨੂੰ ਦੱਸੋ? ਉੱਥੇ ਜੇ ਨੌਜਵਾਨਾਂ ਨੇ ਆਪਣੀ ਇੱਕ ਰੈਲੀ ਕਰ ਲਈ ਆ, ਅਸੀਂ ਵੀ ਬੈਠੇ ਆ, ਕਾਲੇ ਕਾਨੂੰਨ ਸਾਡੇ ਤੇ ਕਿਹੜਾ ਨਹੀਂ ਲੱਗੇ ਹੋਏਗੇ ਕਾਲੇ ਕਾਨੂੰਨ? ਤੁਹਾਡੇ ਕੱਲਿਆਂ ਤੇ ਲੱਗੇ ਹੋਏ ਨੇ, ਕੱਲਿਆਂ ਨੂੰ ਤੁਹਾਨੂੰ ਪੰਜਾਬ ਦਾ ਦਰਦ ਆ। ਕਦੇ ਤੁਸੀਂ ਗੱਲ ਕਰਦੇ ਹੋ ਅਨੰਦਪੁਰ ਸਾਹਿਬ ਦੇ ਮਤੇ ਦੀ, ਕਦੇ ਤੁਸੀਂ ਗੱਲ ਕਰਦੇ ਹੋ ਪੰਜਾਬ ਦੇ ਵੱਧ ਅਧਿਕਾਰਾਂ ਦੀ, ਕਦੇ ਤੁਸੀਂ ਗੱਲ ਕਰਦੇ ਹੋ ਕਾਸੇ ਦੀ। ਮੈਨੂੰ ਇਹ ਦੱਸੋ, ਨਾ ਤਾਂ ਕੋਈ ਉੱਥੇ ਉਹਨੂੰ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰ ਰਿਹਾ, ਨਾ ਕੋਈ ਹੋਰ ਗੱਲ ਕਰ ਰਿਹਾ। ਸਾਡੇ ਸਾਰਾ ਯੂਥ ਆ ਜਿਹੜਾ ਕਾਲੇ 3 ਕਾਨੂੰਨ ਨੇ ਜਿਹੜੇ ਉਹ ਰੱਦ ਕਰਵਾਉਣ ਦੀ ਗੱਲ ਕਰ ਰਿਹਾ। ਪਰ ਤੁਸੀਂ ਕਿਉਂ ਅੱਜ ਇਹੋ ਜਿਹੀਆਂ ਗੱਲਾਂ ਜਿਹੜੀਆਂ ਲੈ ਕੇ ਆਏ ਹੋ ਸਟੇਜ ਦੇ ਵਿੱਚ? ਕੀ ਤੁਹਾਡਾ ਮਨੋਰਥ ਆ, ਮੈਨੂੰ ਇਹ ਦੱਸੋ। ਜਾਣ ਬੁੱਝ ਕੇ ਤੁਸੀਂ ਜਿਹੜਾ ਸੰਘਰਸ਼ ਆ ਉਹਨੂੰ ਹੋਰ ਪਾਸੇ ਲੈ ਕੇ ਜਾਣਾ ਚਾਹੁੰਦੇ ਹੋ, ਜਾਣ ਬੁੱਝ ਕੇ। ਜਿਹੜੇ ਤੁਹਾਡੇ ਭਾਸ਼ਣ ਨੇ ਨਾ, ਸੁਣ ਕੇ ਦੇਖ ਲਿਓ, ਸਾਨੂੰ ਸਭ ਪਤਾ ਲੱਗਦਾ ਤੁਸੀਂ ਕੀ ਕਰਨਾ ਚਾਹੁੰਦੇ ਹੋ। ਤੁਹਾਡੀ ਜਿਹੜੀ ਨੀਤ ਆ ਸਾਨੂੰ ਬਿਲਕੁਲ ਵੀ ਹੁਣ ਸਾਫ਼ ਨਹੀਂ ਲੱਗਦੀ ਹੈਗੀ, ਜਿਹੜੀਆਂ ਹਰਕਤਾਂ ਤੇ ਤੁਸੀਂ ਆਏ ਹੋਏ ਹੋ ਹੁਣ ਇਸ ਟਾਈਮ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਸਾਰਿਆਂ ਨੂੰ, ਦੁਬਾਰਾ ਸਾਰੀ ਲੀਡਰਸ਼ਿਪ ਨੂੰ, ਕਿ ਪੰਜਾਬ ਦਾ ਬੱਚਾ, ਪੰਜਾਬ ਦਾ ਨੌਜਵਾਨ, ਸਾਰਾ ਯੂਥ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜਾ। ਬਿਲਕੁਲ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ, ਤੁਹਾਡੀ ਸਪੋਰਟ ਕਰਦੇ ਹਾਂ। ਸਾਡਾ ਮਨੋਰਥ ਸਿਰਫ ਕਾਲੇ 3 ਜਿਹੜੇ ਕਾਨੂੰਨ ਸਾਡੇ ਤੇ ਥੋਪੇ ਗਏ ਨੇ ਉਹਨਾਂ ਨੂੰ ਰੱਦ ਕਰਵਾਉਣਾ। ਪਰ ਤੁਹਾਨੂੰ ਬਾਰ-ਬਾਰ ਲਾਈਵ ਹੋ ਕੇ ਬੇਨਤੀਆਂ ਕਰਦੇ ਹਾਂ ਕਿ ਸਾਡੇ ਖਿਲਾਫ ਇਹੋ ਜਿਹੀਆਂ ਜ਼ਹਿਰ ਨਾ ਉਗਲੋ। ਜੇ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਟਾਰਗੇਟ ਕਰਦੇ ਹੋ ਨਾ, ਤਾਂ ਇਹ ਜਿਹੜੀਆਂ ਸਰਕਾਰਾਂ ਨੇ ਨਾ, ਮੋਦੀ ਸਰਕਾਰ ਹੈ, ਇਹਨਾਂ ਨੂੰ ਮੌਕਾ ਮਿਲਦਾ ਪੰਜਾਬ ਦੇ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਧੱਕਣ ਦਾ। ਜੇ ਤੁਸੀਂ ਸਾਡੀ ਪਿੱਠ ਥਾਪੜੇਂਗੇ ਨਾ, ਤਾਂ ਅਸੀਂ ਤੁਹਾਡੀਆਂ ਹਿੱਕਾਂ ਦੇ ਅੱਗੇ ਖੜਾਂਗੇ ਅਸੀਂ ਹੋ ਕੇ। ਤੁਹਾਨੂੰ ਲੋੜ ਆ ਕਿ ਅੱਜ ਤੁਸੀਂ ਸਾਡੀ ਅਗਵਾਈ ਕਰ ਰਹੇ ਹੋ ਤਾਂ ਚੰਗੇ ਲੀਡਰ ਬਣ ਕੇ ਕਰੋ। ਜੇ ਕੋਈ ਧੀ ਪੁੱਤ ਗਲਤੀ ਕਰਦਾ ਤਾਂ ਤੁਸੀਂ ਉਹਨੂੰ ਸਮਝਾ ਸਕਦੇ ਹੋ। ਇਹ ਨਹੀਂ ਕਿ ਤੁਸੀਂ ਸਟੇਜਾਂ ਤੇ ਹੋ ਕੇ ਸਾਨੂੰ ਜਲੀਲ ਕਰੋ ਪੰਜਾਬ ਦੇ ਨੌਜਵਾਨਾਂ ਨੂੰ। ਮੈਂ ਬੇਨਤੀ ਕਰਦਾ ਦੁਬਾਰਾ ਤੋਂ ਫੇਰ ਜੋਗਿੰਦਰ ਸਿੰਘ ਉਗਰਾਹਾਂ ਨੂੰ ਕਿ ਜੋ ਤੁਸੀਂ ਅੱਜ ਸਟੇਜ ਤੇ ਭਾਸ਼ਣ ਦਿੱਤਾ ਉਹ ਬਿਲਕੁਲ ਬੇਤੁਕਾ ਸੀ। ਉਹਦਾ ਕੋਈ ਵੀ ਇੱਕ ਵੀ ਜਿਹੜਾ ਉਹਦਾ ਬੋਲ ਆ ਉਹ ਪੰਜਾਬ ਦੇ ਹਿੱਤ ਲਈ ਨਹੀਂ ਸੀ। ਬਿਲਕੁਲ ਜ਼ਹਿਰ ਤੁਹਾਡੇ ਭਾਸ਼ਣ ਦੇ ਵਿੱਚੋਂ, ਸਾਰੇ ਤੋਂ ਜ਼ਹਿਰ ਜਿਹੜੀ ਪੰਜਾਬ ਦੇ ਯੂਥ ਪ੍ਰਤੀ ਸਾਨੂੰ ਜ਼ਹਿਰ ਮਿਲ ਰਹੀ ਸੀ ਉਸ ਦੇ ਵਿੱਚੋਂ। ਸੋ ਇਹ ਚੀਜ਼ਾਂ ਨੂੰ ਆਪਣੀਆਂ ਨੂੰ ਸੁਧਾਰ ਲਓ। ਅਸੀਂ ਤੁਹਾਨੂੰ ਬਾਰ-ਬਾਰ ਬੇਨਤੀਆਂ ਕਰਦੇ ਹਾਂ। ਫਿਰ ਤੁਸੀਂ ਕਹਿੰਦੇ ਹੋ ਕਾਮਰੇਡ, ਹੋਰ ਤੁਹਾਨੂੰ ਕੀ ਨਾ ਕਹਿਣ, ਫਿਰ ਲੋਕ ਕਾਮਰੇਡੇ ਕਹਿਣਗੇ ਜੇ ਤੁਸੀਂ ਇਦਾਂ ਦੀਆਂ ਹਰਕਤਾਂ ਤੇ ਉਤਰੇ ਹੋਏ ਹੋ। ਸੋ ਕੋਈ ਨਹੀਂ ਉੱਥੇ ਕੋਈ ਵੀ ਗਲਤ ਗੱਲ ਨਹੀਂ ਕਰ ਰਿਹਾ। ਸਾਡੇ ਸਾਰੇ ਦੇ ਸਾਰੇ ਸਤਿਕਾਰਯੋਗ ਸਾਡੇ ਹਿੰਦੂ ਵੀਰ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ, ਸਾਡੇ ਮੁਸਲਮਾਨ ਵੀਰ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ, ਸਾਡੇ ਈਸਾਈ ਵੀਰ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ, ਸਿੱਖ ਵੀਰ, ਸਾਰੀਆਂ ਕੌਮਾਂ, ਸਾਰੀਆਂ ਨਸਲਾਂ, ਸਾਰੇ ਵਰਗ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ। ਕੋਈ ਵੀ ਕਿਸੇ ਦੇ ਧਰਮ ਖਿਲਾਫ ਨਹੀਂ ਬੋਲ ਰਿਹਾ, ਕੋਈ ਵੀ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲ ਰਿਹਾ। ਸਭ ਕੁਝ ਠੀਕ ਚੱਲ ਰਿਹਾ। ਪਰ ਆਪਾਂ ਨੂੰ ਇਹੋ ਜਿਹੀਆਂ ਸਟੇਜ ਤੇ ਆ ਕੇ ਬਿਆਨਬਾਜ਼ੀ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ। ਸੋ ਅੰਤ ਦੇ ਵਿੱਚ ਮੈਂ ਫੇਰ ਬੇਨਤੀ ਕਰਦਾ ਕਿ ਪੰਜਾਬ ਦੇ ਇਤਿਹਾਸ ਦੀਆਂ ਕਿਤਾਬਾਂ ਖਰੀਦ ਲਓ, ਖਰੀਦ ਕੇ ਪੰਜਾਬ ਦਾ ਇਤਿਹਾਸ ਪੜ੍ਹੋ। ਚਾਈਨਾ ਤੇ ਰਸ਼ੀਆ ਦੇ ਇਤਿਹਾਸ ਨੇ ਤੁਹਾਨੂੰ ਕੁਝ ਨਹੀਂ ਦੇਣਾ। ਜੇ ਸੇਧ ਲੈਣੀ ਹੈ ਤਾਂ ਪੰਜਾਬ ਦਾ ਇਤਿਹਾਸ ਪੜ੍ਹ ਲਓ, ਉਹਨੂੰ ਪੜ੍ਹ ਕੇ ਦੇਖੋ, ਤੁਹਾਨੂੰ ਕੁਝ ਮਿਲੂਗਾ ਉਹਦੇ ਵਿੱਚੋਂ।
ਆਓ ਮੈਂ ਪੰਜਾਬ ਦੇ ਯੂਥ ਨੂੰ ਵੀ ਬੇਨਤੀ ਕਰਦਾ, ਸਾਰਿਆਂ ਨੂੰ ਆਪਾਂ ਯਾਰ ਰਲ ਮਿਲ ਕੇ ਜਿਹੜੇ ਹੈਗੇ ਆ ਆਪਾਂ ਬਿਲਕੁਲ ਇਸ ਮੋਰਚੇ ਦੀ ਸਫਲਤਾ ਨੂੰ ਆਪਾਂ ਨੇ ਅੱਗੇ ਲੈ ਕੇ ਜਾਣਾ ਤੇ ਸਾਰੇ ਸਾਥ ਦਿਓ। ਜਿਹੜੇ ਸਾਡੇ ਵੀਰ ਜੇਲ੍ਹਾਂ ਤੇ ਨੇ, ਚਾਹੇ ਉਹ ਦੀਪ ਸਿੱਧੂ ਆ, ਚਾਹੇ ਉਹ ਲੱਖਾ ਸਿਧਾਣਾ ਜਾਂ ਸਾਡੇ ਹੋਰ ਨੌਜਵਾਨ ਨੇ, ਹਜ਼ਾਰਾਂ ਹੀ ਸਾਡੇ ਬਜ਼ੁਰਗ ਨੇ, ਨੌਜਵਾਨ ਨੇ ਜਿਨ੍ਹਾਂ ਦੇ ਪਰਚੇ ਦਰਜ ਹੋਏ ਨੇ ਜਾਂ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਪੁਲਿਸ ਤੰਗ ਕਰ ਰਹੀ ਆ। ਸੋ ਉਹਨਾਂ ਦਾ ਆਪਾਂ ਸਾਥ ਦਈਏ, ਕਿਉਂਕਿ ਸੰਘਰਸ਼ ਦੇ ਵਿੱਚ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਨੇ। ਸੰਘਰਸ਼ ਦੇ ਵਿੱਚ ਗ੍ਰਿਫਤਾਰੀਆਂ ਵੀ ਹੁੰਦੀਆਂ ਨੇ, ਪਰਚੇ ਵੀ ਹੁੰਦੇ ਨੇ, ਪਰ ਜਿਨ੍ਹਾਂ ਤੇ ਪਰਚੇ ਹੁੰਦੇ ਨੇ ਜਾਂ ਗ੍ਰਿਫਤਾਰੀਆਂ ਹੁੰਦੀਆਂ ਨੇ ਉਹਨਾਂ ਦਾ ਸਾਥ ਦੇਣ ਦੀ ਲੋੜ ਆ, ਨਾ ਕਿ ਉਹਨਾਂ ਨੂੰ ਸਟੇਜਾਂ ਤੋਂ ਭੰਡਣ ਦੀ ਲੋੜ ਆ। ਸੋ ਮੈਂ ਆਸ ਕਰਦਾ ਕਿ ਅਗਲੇ ਨੈਕਸਟ ਟਾਈਮ ਤੋਂ ਸਾਰੀ ਜਿਹੜੀ ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਸਾਡੇ ਜਿਹੜੇ ਲੀਡਰ ਨੇ, ਉੱਥੇ ਦੇ ਜਿਹੜੇ ਪ੍ਰਬੰਧਕ ਨੇ, ਉਹ ਇਸ ਗੱਲ ਦਾ ਧਿਆਨ ਰੱਖਣਗੇ ਕਿ ਜਿਵੇਂ ਤੁਸੀਂ ਹੋਰਾਂ ਲੋਕਾਂ ਨੂੰ ਕਹਿੰਦੇ ਹੋ ਕਿ ਸਾਡੇ ਸਟੇਜ ਤੇ ਇਹ ਗੱਲ ਨਹੀਂ ਕਰਨੀ, ਇਹ ਗੱਲ ਨਹੀਂ ਕਰਨੀ, ਤਾਂ ਤੁਸੀਂ ਵੀ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਇਹਨਾਂ ਨੂੰ ਵੀ ਵਰਜਿਆ ਕਰੋ ਕਿ ਇਹ ਗੱਲ ਵੀ ਨਹੀਂ ਕਰਨੀ ਜਿਹਦੇ ਨਾਲ ਪੰਜਾਬ ਦੇ ਵਿੱਚ ਨੌਜਵਾਨਾਂ ਦਾ ਮਨੋਬਲ ਡਿਗੇ ਤੇ ਪੰਜਾਬ ਦੇ ਯੂਥ ਨੂੰ ਕੋਈ ਗਲਤ ਮੈਸੇਜ ਜਾਵੇ। ਆਓ ਆਪਾਂ ਰਲ ਮਿਲ ਕੇ ਇਹ ਚੀਜ਼ ਦਾ ਜਿਹੜਾ ਆਪਾਂ ਸਾਥ ਦਈਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇੱਕ ਕੋਈ ਪ੍ਰੋਗਰਾਮ ਜਿਹੜਾ ਹੈਗਾ ਰੱਖ ਕੇ ਪੰਜਾਬ ਦੇ ਯੂਥ ਨੂੰ ਲਾਮਬੰਦ ਕਰਕੇ ਜਿਹੜਾ ਹਰਿਆਣੇ ਦੇ ਯੂਥ ਨੂੰ ਸਾਰਾ ਆਪਾਂ ਅੱਗੇ ਲੈ ਕੇ ਚੱਲੀਏ। ਮੈਂ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਇਸ ਮੈਸੇਜ ਨੂੰ ਉਗਰਾਹਾਂ ਸਾਹਿਬ ਤੱਕ ਜ਼ਰੂਰ ਪਹੁੰਚਾ ਦਿਓਗੇ। ਕਮ ਸੇ ਕਮ ਸਾਡੀ ਇੰਨੀ ਕੁ ਦਾ ਗੱਲ ਮੰਨ ਲਵੇ ਤੇ ਨੌਜਵਾਨਾਂ ਨੂੰ ਕਮ ਸੇ ਕਮ ਸਟੇਜ ਦੇ ਉੱਤੋਂ ਨਾ ਭੰਡਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।